परमात्मा की भगती के मार्ग के उपर चलदियां केवल तो केवल तुहानूं शब्द के नाल जुड़ना पवेगा। तो शब्द के नाल तुहाडा एक पल का जुड़िया एक तिल नहीं भन्ने काल है। तुहाडी एक पल की जिहड़ी घाल कमाई है वो परमात्मा, वो अकाल पुरख, वो साडा गुरु कदी भी विसारदा नहीं। पर समस्या ये है कि असी धार्मिक जीवन जाच दे विच जिहड़े गुरु पातशाह ने उपदेश दिते, किते पातशाह ने अपनी पुत्री नूं एक उपदेश दिता, बेटा मैं दाज नहीं देना, मैं तेरी झोली च 3 भब्बे पा के जा रहा। वो जिहड़े भब्बे सीगे, जे किते सानूं सोझी आ जावे, जे किते उन्हां भब्बिਆਂ ਦੇ ਉੱਪਰ ਅਸੀਂ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਕਰ ਲਈਏ ਤੇ ਕੀ ਕਦੀ ਸਿੱਖਾਂ ਦੇ ਵਿੱਚ ਤਲਾਕ ਹੋ ਸਕਦਾ ਹੈ? 3 ਕਾਰਨ ਹੁੰਦੇ ਨੇ ਸਿੱਖਾਂ ਦੇ ਵਿੱਚ। ਜੇ ਮੈਂ ਗੱਲ ਕਰਦਾ ਵਾਂ, ਅੱਗੇ ਮੈਂ ਜੁਡੀਸ਼ਰੀ ਦੀ ਗੱਲ ਕੀਤੀ ਸੀ, ਅਸੀਂ ਧਾਰਮਿਕ ਦਾਇਰੇ 'ਚ ਗੱਲ ਕਰੀਏ। ਮਨੁੱਖ ਦੇ ਕੋਲੋਂ ਆਪਣੇ ਕੋਲ ਗਲਤੀ ਹੁੰਦੀ ਹੈ, ਕਿਸੇ ਕੋਲੋਂ ਗਲਤੀ ਹੁੰਦੀ ਹੈ, ਜਾਂ ਕੋਈ ਕੁਦਰਤੀ ਆਫਤ ਆਉਂਦੀ ਹੈ। ਜਿਹੜੇ 3 ਸਮੱਸਿਆਵਾਂ ਬਣਦੀਆਂ, ਜਾਂ ਗਲਤ ਮੈਂ ਹੋਊਗਾ, ਜਾਂ ਵੀਰ ਜੀ ਹੋਣਗੇ, ਜਾਂ ਕੋਈ ਕੁਦਰਤੀ ਆਫਤ ਆ ਸਕਦੀ ਹੈ। ਸਟੇਜ ਤੋਂ ਮੈਂ ਬੋਲਣਾ ਬੰਦ ਕਰ ਦੇਵਾਂ, ਇਹ ਰੋਕ ਦੇਣ, ਜਾਂ ਹਵਾ ਆ ਜਾਵੇ ਤੇ ਸਾਡਾ ਸਿਸਟਮ ਟੁੱਟ ਜਾਵੇ। 3 ਕਾਰਨ ਨੇ ਨਾ। ਜੇ ਮੇਰੇ ਕੋਲੋਂ ਗਲਤੀ ਹੋ ਗਈ ਤੇ ਭੁਲਾ ਜੀ, ਜੇ ਤੁਸੀਂ ਕਰ ਦਿੱਤੀ ਤਾਂ ਭਲਾ ਜੀ, ਫਿਰ ਕੀ ਹੋ ਗਿਆ? ਤੇ ਜੇ ਉਹਦੇ ਵੱਲੋਂ ਕੁਝ ਹੋ ਗਿਆ ਤੇ ਭਾਣਾ ਜੀ। ਜੇ ਕਿਤੇ ਆਪਣੀ ਜ਼ਿੰਦਗੀ 'ਚ ਅਸੀਂ ਇਹਨਾਂ 3 ਭੱਬਿਆਂ ਨੂੰ ਧਾਰਨ ਕਰ ਲਈਏ, ਮੈਂ ਕਹਿੰਦਾ ਬੀਬੀਆਂ ਵਾਸਤੇ ਇਕੱਲੀ ਸਿੱਖਿਆ ਨਹੀਂ ਹੈ, ਇਹ ਮਰਦਾਂ ਦੇ ਵਾਸਤੇ ਵੀ ਹੈ। ਜੇ ਕਿਤੇ ਅਸੀਂ ਵੀ ਆਪਣੀ ਜ਼ਿੰਦਗੀ 'ਚ ਇਹਨਾਂ 3 ਭੱਬਿਆਂ ਨੂੰ ਧਾਰਨ ਕਰ ਲਈਏ ਤੇ ਮੈਂ ਸੋਚਦਾ ਕਿ ਸਾਡੀ ਜ਼ਿੰਦਗੀ 'ਤੇ ਜਿਹਨਾਂ ਅਸੀਂ ਡੋਮੈਸਟਿਕ ਵਾਇਲੈਂਸ ਕਹਿੰਦੇ ਹਾਂ ਨਾ, ਉਹ ਹੌਲੀ ਹੌਲੀ ਖਤਮ ਹੋ ਸਕਦੀ ਹੈ। ਪਰ ਅਫਸੋਸ ਕਿੱਥੇ ਹੈ? ਵਾਹਿਦ ਇੱਕ ਸਾਡਾ ਧਰਮ ਹੈ। ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਸਟੇਜ 'ਤੇ ਖੜੇ ਹੋ ਕੇ ਕਹਿੰਦੇ ਕਿ ਪਹਿਲਾ ਦੁਨੀਆ ਦਾ ਧਰਮ ਹੈ ਜਿਹਨੇ ਗ੍ਰਹਿਸਤ ਨੂੰ ਧਾਰਮਿਕ ਤੌਰ 'ਤੇ ਪ੍ਰਵਾਨ ਕੀਤਾ ਹੈ। ਅੱਜ ਸਾਡੇ ਬੱਚੀ ਤੇ ਬੱਚੀ ਦਾ ਆਨੰਦ ਕਾਰਜ ਹੋਇਆ ਨਾ, ਸਾਡੇ ਕੋਲ ਇੱਕ ਕਿਤਾਬ ਨਹੀਂ ਸਿੱਖ ਧਰਮ ਤੇ ਗ੍ਰਹਿਸਤ ਮਾਰਗ ਜਿਹੜੀ ਇਹਨਾਂ ਦੇ ਹੱਥ 'ਚ ਰੱਖ ਸਕੀਏ ਕਿ ਇਹਨਾਂ ਨੂੰ ਪੜ੍ਹ ਕੇ ਤੁਸੀਂ ਵੇਖਣਾ ਕਿ ਲਾਵਾਂ ਦਾ ਅਰਥ ਕੀ ਹੈ, ਗੁਰਮਤਿ ਗ੍ਰਹਿਸਤ ਕੀ ਹੈ, ਗੁਰਮਤਿ ਦੀ ਜੀਵਨ ਜਾਂਚ ਕੀ ਹੈ, ਗੁਰਮਤਿ ਦਾ ਜੀਵਨ ਕੀ ਹੈ। ਅਸੀਂ ਜਿਹੜੀ ਗੱਲ ਵੀਰ ਜੀ ਨੇ ਕੀਤੀ ਸੀ ਨਾ, ਅਸੀਂ ਬੱਚਿਆਂ ਨੂੰ ਅਜੇ ਤੱਕ ਇਤਿਹਾਸ ਦੇ ਬਾਰੇ ਕੁਝ ਨਹੀਂ ਦੱਸ ਸਕੇ। ਜੇ ਮੈਂ ਪੰਜਾਬੀ 'ਚ ਕਹਾਂ ਤੇ ਅਜੇ ਅਸੀਂ ਪੂਣੀ ਵੀ ਨਹੀਂ ਕੱਤੀ, ਅਤੇ ਬਹੁਤ ਰੂੰ ਦਾ ਢੇਰ ਪਿਆ ਸਾਡੇ ਇਤਿਹਾਸ ਦਾ। ਅਜੇ ਤੱਕ ਤੇ ਅਸੀਂ ਪੂਣੀ ਵੀ ਨਹੀਂ ਕੱਤੀ। ਅਸੀਂ ਕਦੋਂ ਅਜੇ ਤੱਕ ਲਾਵਾਂ ਦੇ ਮਤਲਬ ਸਮਝਾਏ ਵੀ ਕੇਵਲ ਲਾਵਾਂ ਪੜ੍ਹ ਦੇਣੀਆਂ ਕੋਈ ਬਹੁਤ ਵੱਡੀ ਗੱਲ ਨਹੀਂ। ਇਹਦੀ ਅਹਿਮੀਅਤ ਨੂੰ ਸਮਝਣਾ ਦੁਨੀਆ ਦੇ ਸਭ ਤੋਂ ਵੱਡੇ ਬੰਧਨ ਨੂੰ ਤੋੜਦਾ ਹੈ। ਕਦੀ ਹਿੰਦੂ ਧਰਮ 4 ਆਸ਼ਰਮ ਦੀ ਗੱਲ ਕਰਦਾ ਸੀ। ਹਿੰਦੂ ਧਰਮ ਕਹਿੰਦਾ ਸੀ ਧਰਮ ਦੇ 4 ਆਸ਼ਰਮ ਨੇ, ਪਹਿਲਾ ਬ੍ਰਹਮਚਾਰਿਆ, ਦੂਸਰਾ ਗ੍ਰਹਿਸਥ, ਤੀਸਰਾ ਵਾਨਪ੍ਰਸਥੀ, 14 ਸਮਾਧੀ ਆਸ਼ਰਮ। ਸਿੱਖ ਧਰਮ ਨੇ ਇਸ ਆਸ਼ਰਮ ਸਿਸਟਮ ਨੂੰ ਕਿਵੇਂ ਤੋੜਿਆ? ਕਦੀ ਅਸੀਂ ਦੱਸਿਆ ਕਿ ਲਾਵਾਂ ਇਸ ਹਿੰਦੂ ਧਰਮ ਦੇ ਆਸ਼ਰਮ ਸਿਸਟਮ ਨੂੰ ਕਿਵੇਂ ਤੋੜੀ ਦੀਆਂ ਨੇ? ਸਾਡੀ ਪਹਿਲੀ ਲਾਮ ਕਹਿੰਦੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਪ੍ਰਵਿਰਤੀ ਕੀ ਹੈ? ਸੰਸਾਰ ਦੇ 2 ਮਾਰਗ ਨੇ, ਇੱਕ ਨਿਰਵਿਰਤੀ, ਇੱਕ ਪ੍ਰਵਿਰਤੀ। ਦੁਨੀਆ ਦੇ ਬਾਕੀ ਧਰਮ ਕਹਿੰਦੇ ਨੇ ਕਿ ਪਰਿਵਾਰ ਨੂੰ ਛੱਡ ਕੇ ਨਿਰਵਿਰਤੀ 'ਚ ਜਾਣਾ ਰੱਬ ਦੀ ਪ੍ਰਵਾਰਤੀ ਹੈ, ਪਰ ਸਾਡਾ ਗੁਰੂ ਕਹਿ ਰਿਹਾ ਕਿ ਪ੍ਰਵਿਰਤੀ ਧਰਮ 'ਚ ਆਉਣਾ ਗ੍ਰਹਿਸਥ ਦੇ ਨਾਲ ਤੁਹਾਡੀ ਪ੍ਰਾਪਤੀ ਹੈ। ਅਸੀਂ ਉਲਟ ਚੱਲ ਰਹੇ। ਦੁਨੀਆ ਦੇ ਧਰਮ ਕਹਿੰਦੇ ਨੇ ਕਿ ਘਰ ਨੂੰ ਛੱਡ ਕੇ ਜਾਓ, ਰੱਬ ਨੂੰ ਪਾਉਣਾ ਹੈ। ਤੁਹਾਡਾ ਗੁਰੂ ਕਹਿ ਰਿਹਾ ਹੈ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਤੁਹਾਡਾ ਗੁਰੂ ਕਹਿ ਰਿਹਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਤੁਹਾਡਾ ਗੁਰੂ ਕਹਿ ਰਿਹਾ ਕਿ ਜੰਗਲ ਜੰਗਲ ਕਿਆ ਭਵੇਂ। ਤੁਹਾਡਾ ਗੁਰੂ ਕਹਿ ਰਿਹਾ ਕਿ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਓ ਮਜੀਠ। ਇਹ ਮਜੀਠੀ ਰੰਗ ਤੁਹਾਡੇ ਘਰ ਦੇ ਵਿੱਚ ਹੈ। ਅਸੀਂ ਪ੍ਰਵਿਰਤੀ 'ਚ ਆਉਣਾ ਹੈ, ਬਾਕੀ ਧਰਮ ਕਹਿ ਰਹੇ ਨੇ ਨਿਰਵਿਰਤੀ 'ਚ ਜਾਣਾ। ਦੂਸਰਾ ਉਹ ਕਹਿੰਦੇ ਨੇ ਕਿ ਗ੍ਰਹਿਸਥ ਆਸ਼ਰਮ, ਤੁਸੀਂ ਰੱਬ ਦੀ ਖੋਜ ਕਰਨੀ ਹੈ ਗ੍ਰਹਿਸਥ ਤੋਂ ਬਾਅਦ। ਤੁਹਾਡਾ ਪਤੀ ਮਿਲ ਗਿਆ, ਤੁਹਾਡੀ ਦੂਜੀ ਲਾਂ ਕੀ ਕਹਿ ਰਹੀ ਹੈ? ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਉਹਨਾਂ ਦੇ ਗ੍ਰਹਿਸਥ ਆਸ਼ਰਮ 'ਚ ਕੇਵਲ ਪਤੀ ਦਾ ਮਿਲਾਪ ਹੋ ਰਿਹਾ, ਇੱਥੇ ਸਤਿਗੁਰ ਪੁਰਖ ਦਾ ਮਿਲਾਪ ਹੋ ਰਿਹਾ। ਤੁਹਾਡੀ ਅਵਸਥਾ ਕਿੰਨੀ ਉੱਚੀ ਹੈ? ਫਿਰ ਦੱਸਿਆ ਵੀ ਕਦੀ ਲਾਵਾਂ ਦੇ ਵਿੱਚ ਕਿ ਤੁਹਾਡੀਆਂ 4 ਲਾਵਾਂ ਇੱਥੋਂ ਦੇ ਏਸ਼ੀਆ ਦੇ ਸਭ ਤੋਂ ਵੱਡੇ ਧਰਮ ਦੇ 4 ਆਸ਼ਰਮ ਸਿਸਟਮ ਨੂੰ ਤੋੜ ਕੇ ਰੱਖ ਦਿੰਦੀਆਂ ਨੇ। ਕਿੱਥੇ ਅਸੀਂ ਦੱਸ ਸਕੇ? ਤੀਜਾ ਉਹਨਾਂ ਨੇ ਕਿਹਾ, ਬ੍ਰਾਹਮਣਵਾਦ ਨੇ ਕਿਹਾ ਕਿ ਤੂੰ ਵਾਨਪ੍ਰਸਥੀ, ਹੁਣ ਘਰ ਨੂੰ ਛੱਡ ਕੇ 50 ਸਾਲ ਤੋਂ ਬਾਅਦ ਤੂੰ 50 ਤੋਂ 75 ਸਾਲ ਤੱਕ ਵਾਨਪ੍ਰਸਥੀ 'ਚ ਨਿਕਲ ਜਾਣਾ, ਜੰਗਲ 'ਚ ਰੱਬ ਨੂੰ ਪਹੁੰਚਣਾ। ਹੁਣ ਜਦੋਂ ਸਤਿਗੁਰ ਪੁਰਖ ਮਿਲਾਇਆ ਹਰ ਤੀਜੜੀ ਲਾਮ ਮਨ ਚਾਓ ਪਿਆ ਬੈਰਾਗੀਆ ਬਲਰਾਮ ਜੀਓ। ਘਰ ਦੇ ਵਿੱਚ ਹੀ ਤੁਸੀਂ ਸਤਿਗੁਰ ਪੁਰਖ ਦੇ ਸਦਕਾ ਆਪਣੇ ਪਰਮਾਤਮਾ ਨੂੰ ਪਾ ਲਿਆ। ਚੌਥੀ ਲਾਮ ਸੀ ਉਹਨਾਂ ਨੇ ਕਿਹਾ ਰੱਬ ਨੂੰ ਪਾਉਣਾ ਹੈ, ਸਮਾਧੀ ਆਸ਼ਰਮ। ਤੇ ਚੌਥੀ ਲਾਮ ਦੇ ਵਿੱਚ ਸਾਡੇ ਗੁਰਦੇਵ ਪਾਤਸ਼ਾਹ ਕਹਿ ਰਹੇ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ। ਸੋ ਇਹ ਸਿਸਟਮ ਨੇ ਆਸ਼ਰਮ ਪ੍ਰਥਾ ਨੂੰ ਤੋੜ ਕੇ ਖਤਮ ਕਰ ਦਿੱਤਾ। ਅਸੀਂ ਆਪਣੇ ਬੱਚਿਆਂ ਨੂੰ ਦੱਸ ਨਾ ਸਕੇ ਕਿ ਲਾਵਾਂ ਕੇਵਲ ਇੱਕ ਪੜ੍ਹਨ ਦੇ ਵਾਸਤੇ ਨਹੀਂ, ਸਮਝਾਉਣ ਦੇ ਵਾਸਤੇ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਵਿਸ਼ਾਲ ਧਰਮ ਨੇ ਜਿਹੜੇ ਧਾਰਮਿਕ ਜੀਵਨ ਜੀਉਣ ਦੇ ਜਿਹੜੇ 4 ਆਸ਼ਰਮ ਘੜੇ ਸੀ, ਅਸੀਂ ਉਹਨਾਂ ਨੂੰ ਖਤਮ ਕਰਕੇ ਰੱਖ ਦਿੱਤਾ। ਤੇ ਮਾਫ ਕਰਨਾ, ਅਸੀਂ ਉਹਨਾਂ ਨੂੰ ਜਗ੍ਹਾ ਕਿਹੜੀ ਦਿੱਤੀ? ਬੱਚੀ ਸਾਡੀ ਦਾ ਵਿਆਹ ਹੁੰਦਾ, ਸੁਰਮਾ ਪਾ ਲਓ। ਕਿੱਥੋਂ ਆਇਆ ਕਿ ਸਾਡੀ ਰਸਮ ਸੀ? ਜਿਸ ਗੁਰਦੇਵ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਤਾਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸਰਣਾਈ,
ਉਹ ਸਿੱਖ ਕਹਿੰਦਾ ਨਜ਼ਰ ਨਾ ਲੱਗੇ। ਸੁਰਮੇ ਦੀ ਰਸਮ ਇਸਲਾਮ ਚੋਂ ਆਈ ਹੈ। ਇਸਲਾਮ ਤਾਂ ਯਕੀਨ ਕਰਦਾ ਹੈ ਕਿ ਜਦੋਂ ਹਜ਼ਰਤ ਮੂਸਾ ਨੂੰ ਖੁਦਾ ਦੇ ਦਰਸ਼ਨ ਹੋਏ ਤੇ ਕਹਤੂਰ ਪਹਾੜ ਦੇ ਉੱਪਰ ਬਿਜਲੀ ਡਿੱਗੀ, ਪੱਥਰ ਸੜ ਗਿਆ, ਉਹਦੀ ਜਿਹੜੀ ਕਾਲਖ ਆ ਉਹ ਅੱਖ ਦੇ ਵਿੱਚ ਪਾਉਣ ਦੇ ਨਾਲ ਸ਼ੈਤਾਨ ਦੀ ਨਜ਼ਰ ਨਹੀਂ ਲੱਗਦੀ। ਅਸੀਂ ਕਿਸ ਗੁਰੂ ਦੇ ਸਿੱਖ ਸੀ? ਪੜ੍ਹ ਕੇ ਵੇਖੋ। ਭੁੱਲੇ ਸ਼ਾਹ ਕਹਿੰਦਾ ਕਹਤੂਰ ਪਹਾੜ ਦਾ ਸੁਰਮਾ ਵੀ ਕਾਲਾ, ਲੋਕੀ ਨੈਣਾ ਵਿੱਚ ਵਸੀਂਦੇ, ਕੁਰਾਨ ਸ਼ਰੀਫ ਦੇ ਹਰਫ ਵੀ ਕਾਲੇ, ਲੋਕੀ ਫਿਰ ਵੀ ਸੀਸ ਨਵੀਂਦੇ। ਸੁਣ ਬੁੱਲਿਆ ਗੋਰੇ ਰੰਗ ਕੀ ਕਰਨੇ, ਜਿਹੜੇ ਘਰਿਓ ਘਰੀ ਵਸੀਂਦੇ। ਸੁਰਮੇ ਨਾਲ ਸਾਡਾ ਸੰਬੰਧ ਕਦੋਂ ਸੀ? ਅਸੀਂ ਇਹ ਤੋਂ ਉੱਠੇ ਗਲਾਂ ਤੇ ਹੱਥਾਂ ਤੇ ਮੌਲੀਆਂ ਬਣਨੀਆਂ ਸ਼ੁਰੂ ਕਰ ਦਿੱਤੀਆਂ। ਪੜ੍ਹ ਕੇ ਵੇਖੋ ਪੁਰਾਣਾ ਨੂੰ। ਧਰਮ ਦੇ ਵਿੱਚ ਪਹਿਲੀ ਮੌਲੀ ਜਿਹੜੀ ਹੈ ਉਹ ਜਲੰਧਰ ਦੈਨ ਦੀ ਪਤਨੀ ਵਰਿੰਦਾ ਨੇ ਬੰਨੀ ਹੈ, ਜਿਸ ਵੇਲੇ ਉਹਦਾ ਵਿਸ਼ਨੂੰ ਦੇ ਨਾਲ ਜੰਗ ਹੋਣ ਲੱਗਾ। ਅਸੀਂ ਉਹਨੂੰ ਰੱਖੜੀ ਦਾ ਰੂਪ ਵੀ ਦਿੱਤਾ। ਕਿਤੇ ਇਹ ਧਾਗਾ ਰੱਖੜੀ ਦੇ ਰੂਪ ਚ ਬੰਨਿਆ ਜਾਂਦਾ ਹੈ, ਭੈਣ ਭਰਾ ਨੂੰ ਬੰਨ੍ਹਦੀ ਹੈ, ਕਿਤੇ ਘਰ ਵਾਲੀ ਘਰ ਵਾਲੀ ਨੂੰ ਬੰਨ੍ਹਦੀ ਹੈ, ਕਿਤੇ ਗਾਨੇ ਦੇ ਰੂਪ ਚ ਭੈਣਾਂ ਭਰਾ ਨੂੰ ਬੰਨ੍ਹਦੀਆਂ ਨੇ। ਅਸੀਂ ਕਿਉਂ ਨਾ ਪੁਰਾਣਾ ਦੇ ਵਿੱਚ ਇਤਿਹਾਸ ਦੀ ਖੋਜ ਕੀਤੀ ਕਿ ਦੁਨੀਆ 'ਚ ਪਹਿਲਾ ਹੌਲੀ ਥ੍ਰੈਡ ਜਿਸ ਨੂੰ ਧਾਰਮਿਕ ਧਾਗਾ ਕਿਹਾ ਜਾਂਦਾ ਉਹ ਜਲੰਧਰ ਦੈਂਤ ਦੀ ਪਤਨੀ ਵਰਿੰਦਾ ਨੇ ਬੰਨਿਆ। ਪਤਨੀ ਨੇ ਪਤੀ ਨੂੰ ਬੰਨਿਆ ਕਾਹਦੇ ਵਾਸਤੇ? ਕਿ ਵਿਸ਼ਨੂੰ ਦੈਂਤ ਦੇ ਨਾਲ ਲੜਨ ਚੱਲਿਆ, ਕਿਤੇ ਤੇਰੀ ਮੌਤ ਨਾ ਹੋ ਜਾਵੇ। ਅਸੀਂ ਕਿੱਥੇ ਦੱਸ ਸਕੇ ਆਪਣੇ ਬੱਚਿਆਂ ਨੂੰ? ਸੋ ਆ ਜਾ ਕੇ ਅਸੀਂ ਧਾਰਮਿਕ ਜੀਵਨ ਜਾਂਚ ਦਾ ਜਿਹੜਾ ਇੰਨਾ ਵੱਡਾ ਸਾਡਾ ਗੁਰਮਤਿ ਸੰਸਕਾਰ ਸੀ, ਜਿਸ ਨੂੰ ਅਸੀਂ ਆਨੰਦ ਕਾਰਜ ਕਹਿੰਦੇ ਸੀ, ਅਸੀਂ ਸੱਚ ਜਾਣੇ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਮ ਕਾਂਡਾਂ ਦੀ, ਕਿਸੇ ਨਾ ਕਿਸੇ ਰੂਪ 'ਚ ਉਸ ਨੂੰ ਦੁਨੀਆ ਦੇ ਬ੍ਰਾਹਮਣਵਾਦ ਦੀ ਕਹਿ ਲਓ, ਵਿਪਰਵਾਦ ਦੀ ਕਹਿ ਲਓ, ਅਸੀਂ ਉਸ ਦੀ ਭੇਟ ਚੜਾ ਕੇ ਰੱਖ ਦਿੱਤਾ ਹੈ। ਜਿੰਨਾ ਚਿਰ ਤੱਕ ਅਸੀਂ ਗੁਰਦੇਵ ਪਾਤਸ਼ਾਹ ਤੋਂ ਇਸ ਪੱਖ ਦੀ ਸੋਝੀ ਨਹੀਂ ਲਵਾਂਗੇ, ਸੱਚ ਜਾਣਿਓ ਅੱਜ ਕੱਲ੍ਹ ਪਰਸੋਂ ਤੱਕ ਸਾਡੇ ਧਰਮਾਂ ਦੇ ਵਿੱਚ ਇਵੇਂ ਦੀਆਂ ਰਸਮਾਂ ਜਿਹੜੀਆਂ ਉਹ ਸ਼ਾਮਲ ਹੁੰਦੀਆਂ ਜਾਣਗੀਆਂ, ਜਿਨ੍ਹਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੋਵੇਗਾ, ਜਿਨ੍ਹਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੋਵੇਗਾ, ਸ਼ਾਮਲ ਹੁੰਦੀਆਂ ਜਾਣਗੀਆਂ। ਮਾਫ਼ ਕਰਨਾ, ਅੱਜ ਕਿਉਂ ਭੈਣ ਜੀ ਨੂੰ ਇਹ ਕੰਮ ਕਰਨਾ ਪੈ ਰਿਹਾ? ਮੈਂ ਕੁਝ ਗੁਰਦੁਆਰਿਆਂ 'ਚ ਜਾ ਕੇ ਵੇਖਿਆ, ਉੱਥੇ ਕਿਹਾ ਜਾਂਦਾ ਜੀ ਪਹਿਲਾਂ ਇੰਨਾ ਪੈਸੇ ਜਮ੍ਹਾਂ ਕਰੋ ਫਿਰ ਤੁਹਾਡਾ ਆਨੰਦ ਕਾਰਜ ਹੋ ਸਕਦਾ ਹੈ। ਗੁਰੂ ਨਾਨਕ ਦੇ ਸਿੱਖ ਸੀ ਉਹ ਗੁਰੂ ਨਾਨਕ ਜਿਸ ਨੇ ਕਦੀ ਪੰਡਤ ਨੂੰ ਕਿਹਾ ਸੀਗਾ ਕਿ ਸਾਈ ਪੁੱਤਰੀ ਜਜਮਾਨ ਕੀ, ਸਾਏ ਤੇਰੀ ਏਤ ਧਨ ਖਾਦੇ ਤੇਰਾ ਜਨਮ ਕਿਆ, ਲੈ ਭਾੜੇ ਕਰੇ ਵਿਆਹ। ਜਿਸ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਇਹ ਧਾਰਮਿਕ ਆਗੂ, ਜੇ ਤੂੰ ਪੈਸੇ ਲੈ ਕੇ ਕਿਸੇ ਦਾ ਵਿਆਹ ਕਰਾ ਲਿਆ, ਸਮਝ ਗਿਆ ਤੇਰਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਜਿਸ ਬੱਚੀ ਦਾ ਵਿਆਹ ਕਰਾ ਰਿਹਾ, ਜੇ ਕਿਤੇ ਇਹਦੀ ਜਗ੍ਹਾ ਤੇ ਤੇਰੀ ਆਪਣੀ ਬੱਚੀ ਬੈਠੀ ਹੁੰਦੀ, ਕੀ ਤੂੰ ਪੈਸੇ ਲੈਂਦਾ? ਅੱਜ ਸਾਡੇ ਗੁਰਦੁਆਰਿਆਂ 'ਚ ਕੀ ਇਹ ਨਹੀਂ ਹੋ ਰਿਹਾ? ਕੀ ਅਸੀਂ ਬ੍ਰਾਹਮਣਵਾਦ ਦੀ ਭੇਟ ਨਹੀਂ ਚੜ੍ਹ ਚੁੱਕੇ? ਅੱਜ ਅਸੀਂ ਪਹਾੜੇ ਲੈ ਕੇ ਵਿਆਹ ਕਰ ਰਹੇ ਹਾਂ। ਕਿਉਂ? ਕਿਉਂਕਿ ਅਸੀਂ ਗੁਰਮਤਿ ਜੀਵਨ ਜਾਂਚ ਤੋਂ ਦੂਰ ਹਾਂ। ਅਸੀਂ ਗੁਰਮਤਿ ਜੀਵਨ ਜਾਂਚ ਨੂੰ ਪੱਲੇ ਨਹੀਂ ਬੰਨਿਆ, ਤੇ ਜਿੰਨਾ ਚਿਰ ਤੱਕ ਅਸੀਂ ਗੁਰਮਤਿ ਜੀਵਨ ਜਾਂਚ ਦੇ ਪੱਲੇ ਨਹੀਂ ਲੱਗਦੇ, ਮਾਫ਼ ਕਰਨਾ, ਸਾਡੇ ਵਿਆਹਾਂ ਸ਼ਾਦੀਆਂ ਦੇ ਉੱਪਰ ਇਵੇਂ ਦੇ ਖਰਚ, ਇਵੇਂ ਦੀਆਂ ਰਸਮਾਂ, ਇਵੇਂ ਦੀਆਂ ਰਵਾਇਤਾਂ ਜਿਹੜੀਆਂ ਉਹ ਵੱਧਦੀਆਂ ਜਾਣਗੀਆਂ। ਵਕਤ ਥੋੜ੍ਹਾ ਜਿਹਾ ਵੱਧ ਲੈ ਗਿਆ, ਇੰਨਾ ਕਿ ਖਿਮਾ ਦਾ ਜਾ ਚੁੱਕਿਆ। ਆਓ ਇੱਕ ਵਾਰੀ ਫਤਿਹ ਦੀ ਸਾਂਝ ਇਸ ਜੋੜੀ ਨੂੰ ਅਸੀਸ ਦਈਏ ਕਿ ਆਪਣਾ ਗੁਰਮਤਿ ਜੀਵਨ ਜਾਂਚ, ਗੁਰਮਤਿ ਦੇ ਦਾਇਰੇ ਦੇ ਵਿੱਚ ਜੀਵਨ। ਜੇ ਅੱਜ ਇਹਨਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਲਾਵਾਂ ਦੇ ਬਾਅਦ ਪ੍ਰਣ ਕੀਤਾ ਕਿ ਏਕ ਜੋਤ ਦੋਏ ਮੂਰਤੀ, ਤੇ ਬਾਹਰੀ ਸੰਸਾਰੀ ਵਿਕਾਰਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਧਾਰਮਿਕ ਜੀਵਨ ਜਾਂਚ ਦੇ ਦਾਇਰੇ ਦੇ ਵਿੱਚ ਰੱਖਣ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।